ਜਦੋਂ ਅਸੀਂ ਵਸਤੂਆਂ ਦਾ ਕੰਪਨ ਕਰਦੇ ਹਾਂ ਤਾਂ ਧੁਨੀ ਪੈਦਾ ਹੁੰਦੀ ਹੈ। ਕੰਪਨ ਦਾ ਅਰਥ ਹੁੰਦਾ ਹੈ ਕਿਸੇ ਵਸਤੂ ਦਾ ਤੇਜ਼ੀ ਨਾਲ ਬਾਰ-ਬਾਰ ਇੱਧਰ-ਉੱਧਰ ਗਤੀ ਕਰਨਾ। ਆਓ ਹੁਣ ਕੁਝ ਉਦਾਹਰਨਾਂ ਦੇਖੀਏ ਕਿ ਉਹਨਾਂ ਵਿੱਚ ਧੁਨੀ ਕਿਵੇਂ ਉਤਪੰਨ ਹੁੰਦੀ ਹੈ। ਮਨੁੱਖੀ ਆਵਾਜ਼ ਦੀ ਧੁਨੀ ਉਹਨਾਂ ਦੇ ਕੰਠ ਤੰਤੂਆਂ ਵਿੱਚ ਕੰਪਨ ਹੋਣ ਕਰਕੇ ਪੈਦਾ ਹੁੰਦੀ ਹੈ। ਜਦੋਂ ਕੋਈ ਪੰਛੀ ਆਪਣੇ ਖੰਭਾਂ ਨੂੰ ਫੜਫੜਾਉਂਦਾ ਹੈ ਤਾਂ ਤੁਸੀਂ ਧੁਨੀ ਸੁਣਦੇ ਹੋ। ਸੰਗੀਤ ਯੰਤਰ ਵੱਖ-ਵੱਖ ਕਿਸਮ ਦੀ ਧੁਨੀ ਉਤਪੰਨ ਕਰਦੇ ਹਨ। ਕਈ ਸੰਗੀਤ ਯੰਤਰਾਂ ਨੂੰ ਕਿਸੇ ਵਸਤੂ ਨਾਲ ਵਜਾਉਣਾ ਪੈਂਦਾ ਹੈ, ਜਦ ਕਿ ਕੁਝ ਯੰਤਰਾਂ ਦੀ ਸਤਹ ਨੂੰ ਛੇੜਨਾ ਪੈਂਦਾ ਹੈ ਤਾਂ ਕਿ ਉਸ ਵਿੱਚ ਹਿਲ-ਜੁਲ ਪੈਦਾ ਹੋ ਸਕੇ। ਬੱਚਿਓ, ਧੁਨੀ ਦਾ ਸੰਚਾਰ ਮਾਧਿਅਮ ਰਾਹੀਂ ਹੁੰਦਾ ਹੈ। ਸਰੋਤ ਤੋਂ ਉਤਪੰਨ ਹੋ ਕੇ ਧੁਨੀ ਸੁਣਨ ਵਾਲੇ ਕੋਲ ਕਿਸੇ ਮਾਧਿਅਮ ਰਾਹੀਂ ਪੁੱਜਦੀ ਹੈ। ਮੰਨ ਲਓ ਕਿ ਇੱਥੇ ਧੁਨੀ ਦਾ ਸਰੋਤ ਸਪੀਕਰ ਦੀ ਆਵਾਜ਼ ਹੈ। ਮਾਧਿਅਮ ਜਿਸ ਰਾਹੀਂ ਧੁਨੀ ਪੁੱਜਦੀ ਹੈ ਉਹ ਹਵਾ ਹੈ ਅਤੇ ਧੁਨੀ ਸੁਣਨ ਲਈ ਕੰਨ ਹਨ। ਜਦੋਂ ਕੋਈ ਵਸਤੂ ਕੰਪਨ ਕਰਦੀ ਹੈ ਤਾਂ ਇਹ ਆਪਣੇ ਆਲੇ-ਦੁਆਲੇ ਮਾਧਿਅਮ ਦੇ ਕਣਾਂ ਵਿੱਚ ਵੀ ਕੰਪਨ ਪੈਦਾ ਕਰ ਦਿੰਦੀ ਹੈ। ਸਭ ਤੋਂ ਪਹਿਲਾਂ ਕੰਪਨ ਕਰ ਰਹੀ ਵਸਤੂ ਦੇ ਸੰਪਰਕ ਵਿੱਚ ਰਹਿਣ ਵਾਲੇ ਮਾਧਿਅਮ ਦੇ ਕਣ ਆਪਸੀ ਸੰਤੁਲਿਤ ਅਵਸਥਾ 'ਤੇ ਹਿਲ-ਜੁਲ ਕਰਦੇ ਹਨ। ਇਹ ਕਣ ਆਪਣੇ ਨਜ਼ਦੀਕੀ ਕਣਾਂ 'ਤੇ ਬਲ ਲਗਾਉਂਦੇ ਹਨ, ਜਿਸ ਦੇ ਫਲਸਰੂਪ ਨਜ਼ਦੀਕੀ ਕਣ ਆਪਣੀ ਸੰਤੁਲਿਤ ਅਵਸਥਾ ਤੋਂ ਵਿਸਥਾਪਿਤ ਹੋ ਜਾਂਦੇ ਹਨ। ਨਜ਼ਦੀਕੀ ਕਣਾਂ ਨੂੰ ਵਿਸਥਾਪਿਤ ਕਰਨ ਮਗਰੋਂ ਆਰੰਭਿਕ ਕਣ ਆਪਣੀ ਸ਼ੁਰੂ ਵਾਲੀ ਸਥਿਤੀ ਵਿੱਚ ਆ ਜਾਂਦੇ ਹਨ। ਮਾਧਿਅਮ ਵਿੱਚੋਂ ਇਹ ਕਿਰਿਆ ਉਦੋਂ ਤੱਕ ਚੱਲਦੀ ਰਹਿੰਦੀ ਹੈ ਜਦੋਂ ਤੱਕ ਧੁਨੀ ਸਾਡੇ ਕੰਨਾਂ ਤੱਕ ਨਹੀਂ ਪਹੁੰਚ ਜਾਂਦੀ। ਮਾਧਿਅਮ ਵਿੱਚ ਕਣਾਂ ਦਾ ਗਤੀ ਕਰਨਾ ਧੁਨੀ ਤਰੰਗਾਂ ਦੀ ਪਛਾਣ ਹੈ ਅਤੇ ਇਸ ਲਈ ਇਹਨਾਂ ਨੂੰ ਯੰਤਰਿਕ ਤਰੰਗਾਂ ਕਹਿੰਦੇ ਹਨ। ਧੁਨੀ ਦੇ ਸੰਚਾਰ ਲਈ ਹਵਾ ਸਭ ਤੋਂ ਜ਼ਿਆਦਾ ਆਮ ਵਰਤਿਆ ਜਾਣ ਵਾਲਾ ਮਾਧਿਅਮ ਹੈ। ਜਦੋਂ ਕੋਈ ਵਸਤੂ ਕੰਪਨ ਕਰਦੀ ਹੋਈ ਅੱਗੇ ਵੱਲ ਵੱਧਦੀ ਹੈ ਤਾਂ ਇਹ ਆਪਣੇ ਸਾਹਮਣੇ ਦੀ ਹਵਾ ਨੂੰ ਧੱਕਦੀ ਹੋਈ ਨਪੀੜਦੀ ਹੈ ਅਤੇ ਇਸ ਤਰ੍ਹਾਂ ਇੱਕ ਉੱਚ ਦਬਾਅ ਵਾਲਾ ਖੇਤਰ ਪੈਦਾ ਹੋ ਜਾਂਦਾ ਹੈ। ਇਸ ਖੇਤਰ ਨੂੰ ਨਪੀੜਨ ਜਾਂ ਦਾਬ ਕਹਿੰਦੇ ਹਨ। ਜਦੋਂ ਕੰਪਨ ਕਰਦੀ ਵਸਤੂ ਪਿੱਛੇ ਵੱਲ ਕੰਪਨ ਕਰਦੀ ਹੈ ਤਾਂ ਇੱਕ ਘੱਟ ਦਾਬ ਵਾਲਾ ਖੇਤਰ ਉਤਪੰਨ ਹੁੰਦਾ ਹੈ, ਜਿਸ ਨੂੰ ਨਖੇੜਨ ਜਾਂ ਵਿਰਲ ਕਹਿੰਦੇ ਹਨ। ਨਪੀੜਨ ਉੱਚ ਦਬਾਅ ਦਾ ਖੇਤਰ ਅਤੇ ਨਖੇੜਨ ਘੱਟ ਦਬਾਅ ਦਾ ਖੇਤਰ ਹੈ। ਇਸ ਚਿੱਤਰ ਵਿੱਚ ਧਿਆਨ ਨਾਲ ਦੇਖੋ। ਟਿਊਨਿੰਗ ਫੋਕ ਹਵਾ ਦੇ ਮਾਧਿਅਮ ਵਿੱਚ ਨਪੀੜਨਾ ਅਤੇ ਵਿਰਲਾਂ ਪੈਦਾ ਕਰਦੇ ਹੋਏ ਦਿਖਾਇਆ ਗਿਆ ਹੈ। ਸੀ ਖੇਤਰ ਨਖੇੜਨ ਅਤੇ ਆਰ ਖੇਤਰ ਨਪੀੜਨ ਨੂੰ ਦਰਸਾ ਰਿਹਾ ਹੈ। ਕੱਚ ਦਾ ਗਲਾਸ ਲਓ, ਉਸ ਵਿੱਚ ਇੱਕ ਬਿਜਲਈ ਘੰਟੀ ਰੱਖੋ ਜਿਸ ਦੀ ਸਵਿਚ ਤੁਹਾਡੇ ਹੱਥ ਵਿੱਚ ਹੋਵੇ। ਗਲਾਸ ਨੂੰ ਵੈਕਿਊਮ ਪੰਪ ਨਾਲ ਜੋੜੋ। ਹੁਣ ਘੰਟੀ ਦੀ ਸਵਿਚ ਔਨ ਕਰੋ ਅਤੇ ਦੇਖੋ ਕਿ ਕੀ ਤੁਹਾਨੂੰ ਘੰਟੀ ਦੀ ਆਵਾਜ਼ ਸੁਣਾਈ ਦਿੰਦੀ ਹੈ। ਹਾਂ, ਘੰਟੀ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਹੁਣ ਵੈਕਿਊਮ ਪੰਪ ਨੂੰ ਚਲਾ ਦਿਓ ਅਤੇ ਘੰਟੀ ਨੂੰ ਵੀ ਔਨ ਕਰ ਦਿਓ। ਤੁਸੀਂ ਕੀ ਦੇਖਦੇ ਹੋ ਕਿ ਘੰਟੀ ਦੀ ਆਵਾਜ਼ ਹੌਲੀ ਹੋ ਰਹੀ ਹੈ ਅਤੇ ਕੁਝ ਸਮੇਂ ਬਾਅਦ ਘੰਟੀ ਦੀ ਆਵਾਜ਼ ਸੁਣਾਈ ਦੇਣਾ ਬੰਦ ਕਰ ਦਿੰਦੀ ਹੈ। ਬੱਚਿਓ, ਅਜਿਹਾ ਕਿਉਂ ਹੋਇਆ? ਵੈਕਿਊਮ ਪੰਪ ਨੇ ਗਲਾਸ ਅੰਦਰਲੀ ਸਾਰੀ ਹਵਾ ਖਿੱਚ ਕੇ ਖਲਾਅ ਬਣਾ ਦਿੱਤਾ ਅਤੇ ਹਵਾ ਦੇ ਨਾ ਹੋਣ ਕਾਰਨ ਘੰਟੀ ਦੀ ਆਵਾਜ਼ ਸੁਣਾਈ ਦੇਣਾ ਬੰਦ ਕਰ ਦਿੰਦੀ ਹੈ। ਬੱਚਿਓ, ਇਸ ਤੋਂ ਇਹ ਪਤਾ ਚੱਲਦਾ ਹੈ ਕਿ ਧੁਨੀ ਦੇ ਸੰਚਾਰ ਲਈ ਕੋਈ ਨਾ ਕੋਈ ਮਾਧਿਅਮ ਹੋਣਾ ਲਾਜ਼ਮੀ ਹੈ। ਬੱਚਿਓ, ਧੁਨੀ ਤਰੰਗਾਂ ਲੰਬੇ ਦਾ ਜਾਂ ਲੌਂਗੀਟਿਊਡਨਲ
ਤਰੰਗਾਂ ਹਨ। ਭਾਵ ਤਰੰਗਾਂ ਜਿਸ ਵਿੱਚ ਮਾਧਿਅਮ ਦੇ ਕਣ ਇੱਕ ਤੋਂ ਦੂਜੀ ਥਾਂ ਤੱਕ ਗਤੀ ਨਹੀਂ ਕਰਦੇ, ਪਰੰਤੂ ਆਪਣੀ ਵਿਰਾਮ ਅਵਸਥਾ ਦੇ ਅੱਗੇ ਪਿੱਛੇ ਹਿਲਜੁਲ ਕਰਦੇ ਹਨ। ਕਣਾਂ ਦਾ ਵਿਸਥਾਪਨ ਚੱਲ ਰਹੀ ਉਤੇਜਨਾ ਦੀ ਦਿਸ਼ਾ ਦੇ ਸਮਾਨਾਂਤਰ ਹੁੰਦਾ ਹੈ। ਇਹ ਤਰੰਗਾਂ ਤਿੰਨਾਂ ਮਾਧਿਅਮ ਠੋਸ, ਦ੍ਰਵ ਅਤੇ ਗੈਸਾਂ ਵਿੱਚ ਬਣ ਸਕਦੀਆਂ ਹਨ। ਉਦਾਹਰਣ ਵਜੋਂ ਜਦੋਂ ਅਸੀਂ ਸਿਤਾਰ ਦੀਆਂ ਤਾਰਾਂ ਛੇੜਦੇ ਹਾਂ ਤਾਂ ਹਵਾ ਵਿੱਚ ਬਣਨ ਵਾਲੀਆਂ ਤਰੰਗਾਂ ਲੰਬੇ ਦਾ ਬਣਦੀਆਂ ਹਨ। ਇੱਕ ਹੋਰ ਤਰ੍ਹਾਂ ਦੀ ਤਰੰਗ ਵੀ ਹੈ ਜਿਸ ਨੂੰ ਆਡੇ ਦਾ ਜਾਂ ਟਰਾਂਸਵਰਸ ਤਰੰਗ ਕਹਿੰਦੇ ਹਨ। ਟਰਾਂਸਵਰਸ ਤਰੰਗ ਉਹ ਤਰੰਗ ਹੈ ਜਿਸ ਵਿੱਚ ਮਾਧਿਅਮ ਦੇ ਕਣ ਆਪਣੀ ਮੂਲ ਅਵਸਥਾ ਤੇ ਤਰੰਗ ਦੇ ਸੰਚਾਰ ਦੀ ਦਿਸ਼ਾ ਦੇ ਲੰਬਮਈ ਗਤੀ ਕਰਦੇ ਹਨ। ਜਦੋਂ ਧੁਨੀ ਕਿਸੇ ਮਾਧਿਅਮ ਵਿੱਚੋਂ ਲੰਘ ਕੇ ਕਿਸੇ ਠੋਸ ਜਾਂ ਦ੍ਰਵ ਦੀ ਸਤ੍ਹਾ ਨਾਲ ਟਕਰਾ ਕੇ ਉੱਥੋਂ ਪਰਾਵਰਤਿਤ ਹੋ ਜਾਂਦੀ ਹੈ, ਉਸ ਨੂੰ ਧੁਨੀ ਦਾ ਪਰਾਵਰਤਨ ਕਹਿੰਦੇ ਹਨ। ਇਹ ਪਰਾਵਰਤਨ ਨਿਯਮਾਂ ਦਾ ਪਾਲਣ ਕਰਦਾ ਹੈ। ਪਹਿਲੇ ਨਿਯਮ ਅਨੁਸਾਰ ਆਪਾਤੀ ਕੋਣ ਅਤੇ ਪਰਾਵਰਤੀ ਕੋਣ ਬਰਾਬਰ ਹੁੰਦੇ ਹਨ। ਆਓ ਇਸ ਨੂੰ ਇੱਕ ਕਿਰਿਆ ਰਾਹੀਂ ਸਮਝੀਏ। ਦੋ ਇੱਕੋ ਜਿਹੇ ਪਾਈਪ ਲਓ, ਇਹਨਾਂ ਨੂੰ ਦੀਵਾਰ ਦੇ ਨਜ਼ਦੀਕ ਕਿਸੇ ਮੇਜ਼ ਉੱਪਰ ਲਗਾਓ। ਇੱਕ ਪਾਈਪ ਦੇ ਖੁੱਲ੍ਹੇ ਸਿਰੇ ਦੇ ਕੋਲ ਇੱਕ ਘੜੀ ਰੱਖੋ ਅਤੇ ਦੂਜੀ ਪਾਈਪ ਦੀ ਸਥਿਤੀ ਕੁਝ ਇਸ ਪ੍ਰਕਾਰ ਰੱਖੋ ਕਿ ਤੁਹਾਨੂੰ ਘੜੀ ਦੀ ਆਵਾਜ਼ ਠੀਕ ਸੁਣਾਈ ਦੇਵੇ। ਅਸੀਂ ਦੇਖਾਂਗੇ ਕਿ ਆਪਾਤੀ ਕੋਣ ਅਤੇ ਪਰਾਵਰਤਿਤ ਕੋਣ ਬਰਾਬਰ ਹਨ। ਦੂਜਾ ਨਿਯਮ ਦੱਸਦਾ ਹੈ ਕਿ ਆਪਾਤੀ ਧੁਨੀ ਦੀ ਦਿਸ਼ਾ, ਪਰਾਵਰਤੀ ਧੁਨੀ ਦੀ ਦਸ਼ਾ ਅਤੇ ਲੰਬ ਇੱਕੋ ਤਲ ਵਿੱਚ ਹੁੰਦੇ ਹਨ। ਇੱਕ ਪਾਸੇ ਦੀ ਪਾਈਪ ਨੂੰ ਥੋੜਾ ਉੱਪਰ ਉਠਾਓ। ਹੁਣ ਘੜੀ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਇਹ ਇਸ ਲਈ ਕਿਉਂਕਿ ਪਰਾਵਰਤੀ ਧੁਨੀ ਦਾ ਤਲ ਬਦਲ ਗਿਆ ਹੈ। ਜੇ ਕਿਸੇ ਪਰਾਵਰਤਿਤ ਵਸਤੂ ਜਿਵੇਂ ਕੋਈ ਇਮਾਰਤ ਜਾਂ ਪਹਾੜ ਦੇ ਨੇੜੇ ਤੁਸੀਂ ਜ਼ੋਰ ਨਾਲ ਤਾੜੀ ਵਜਾਓ ਤਾਂ ਤੁਹਾਨੂੰ ਕੁਝ ਸਮੇਂ ਬਾਅਦ ਉਹੀ ਆਵਾਜ਼ ਫਿਰ ਸੁਣਾਈ ਦੇਵੇਗੀ। ਇਸ ਨੂੰ ਗੂੰਜ ਕਹਿੰਦੇ ਹਨ। ਸਪਸ਼ਟ ਗੂੰਜ ਸੁਣਨ ਲਈ ਮੂਲ ਧੁਨੀ ਅਤੇ ਪਰਾਵਰਤਿਤ ਧੁਨੀ ਦੇ ਵਿਚਕਾਰ 0.1 ਸੈਕਿੰਡ ਦਾ ਸਮਾਂ ਅੰਤਰ ਹੋਣਾ ਜ਼ਰੂਰੀ ਹੈ। ਜੇਕਰ ਧੁਨੀ ਦੀ ਚਾਲ 344 ਮੀਟਰ ਪਰ ਸੈਕਿੰਡ ਹੈ ਤਾਂ ਧੁਨੀ ਦੁਆਰਾ 0.1 ਸੈਕਿੰਡ ਵਿੱਚ 34.4 ਮੀਟਰ ਦੀ ਦੂਰੀ ਤੈਅ ਕੀਤੀ ਗਈ ਹੈ। ਇਸ ਲਈ ਸਪਸ਼ਟ ਗੂੰਜ ਸੁਣਨ ਲਈ ਰੁਕਾਵਟ ਦੀ ਧੁਨੀ ਸਰੋਤ ਤੋਂ ਦੂਰੀ 17.2 ਮੀਟਰ ਜ਼ਰੂਰ ਹੋਣੀ ਚਾਹੀਦੀ ਹੈ। ਜੇਕਰ ਧੁਨੀ ਸਰੋਤ ਅਤੇ ਰੁਕਾਵਟ ਵਿੱਚ ਦੂਰੀ 17.2 ਮੀਟਰ ਤੋਂ ਘੱਟ ਹੋਵੇ ਤਾਂ ਧੁਨੀ ਉਤਪੰਨ ਹੋਣ ਤੋਂ ਬਾਅਦ ਬਾਰ-ਬਾਰ ਸੁਣਾਈ ਦਿੰਦੀ ਹੈ। ਇਹ ਬਾਰ-ਬਾਰ ਪਰਾਵਰਤਨ ਜਿਸ ਦੇ ਕਾਰਨ ਧੁਨੀ ਲਗਾਤਾਰ ਬਣੀ ਰਹਿੰਦੀ ਹੈ, ਇਸ ਨੂੰ ਬਹੁ ਗੂੰਜ ਕਹਿੰਦੇ ਹਨ। ਕਿਸੇ ਵੱਡੇ ਹਾਲ ਵਿੱਚ ਉਤਪੰਨ ਹੋਣ ਤੋਂ ਬਾਅਦ ਧੁਨੀ ਦੀਵਾਰਾਂ, ਛੱਤਾਂ ਅਤੇ ਫਰਸ਼ ਤੋਂ ਬਾਰ-ਬਾਰ ਪਰਾਵਰਤਨ ਦੇ ਕਾਰਨ ਕਾਫੀ ਸਮੇਂ ਤੱਕ ਬਣੀ ਰਹਿੰਦੀ ਹੈ, ਜਦੋਂ ਤੱਕ ਇਹ ਇੰਨੀ ਮੱਧਮ ਹੋ ਜਾਵੇ ਕਿ ਇਹ ਸੁਣਾਈ ਹੀ ਨਾ ਦੇਵੇ। ਇੱਥੋਂ ਇਹ ਪਤਾ ਲੱਗਦਾ ਹੈ ਕਿ ਬਹੁ ਗੂੰਜ ਵਿੱਚ ਪਰਾਵਰਤਨ ਬਾਰ-ਬਾਰ ਹੁੰਦਾ ਹੈ, ਜਦ ਕਿ ਗੂੰਜ ਵਿੱਚ ਇੱਕ ਵਾਰ ਪਰਾਵਰਤਨ ਹੁੰਦਾ ਹੈ। ਕਿਸੇ ਸਭਾ ਭਵਨ ਵਿੱਚ ਜਾਂ ਵੱਡੇ ਹਾਲ ਵਿੱਚ ਅਤੀ ਅਧਿਕ ਬਹੁ ਗੂੰਜ ਬਿਲਕੁਲ ਬਰਦਾਸ਼ਤ ਤੋਂ ਬਾਹਰ ਹੈ। ਇਸ ਨੂੰ ਘੱਟ ਕਰਨ ਦੇ ਲਈ ਸਭਾ ਭਵਨਾਂ ਦੀਆਂ ਛੱਤਾਂ ਅਤੇ ਦੀਵਾਰਾਂ ਉੱਪਰ ਧੁਨੀ ਸੋਖਕ ਪਦਾਰਥ ਜਿਵੇਂ ਨਪੀੜੇ ਹੋਏ ਫਾਈਬਰ ਬੋਰਡ, ਖੁਰਦਰਾ ਪਲਾਸਟਰ ਜਾਂ ਪਰਦੇ ਦਾ ਉਪਯੋਗ ਕੀਤਾ ਜਾਂਦਾ ਹੈ।
ਉਦਯੋਗਾਂ ਅਤੇ ਚਿਕਿਤਸਾ ਦੇ ਖੇਤਰ ਵਿੱਚ ਪਰਾਧੁਨੀਆਂ ਦੀ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਂਦੀ ਹੈ। ਪਰਾਧੁਨੀਆਂ ਰੁਕਾਵਟਾਂ ਹੋਣ ਦੇ ਬਾਵਜੂਦ ਵੀ ਇੱਕ ਨਿਸ਼ਚਿਤ ਪਥ ਤੇ ਲੰਘ ਜਾਂਦੀਆਂ ਹਨ। ਡਾਕਟਰਜ਼ ਦੁਆਰਾ ਅਲਟਰਾਸੋਨੋਗ੍ਰਾਫੀ ਦੀ ਵਰਤੋਂ ਗਰਭ ਅਵਸਥਾ ਵਿੱਚ ਭਰੂਣ ਦੀ ਜਾਂਚ ਅਤੇ ਉਸ ਦੇ ਜਨਮਜਾਤ ਨੁਕਸ ਅਤੇ ਵਿਕਾਸ ਵਿੱਚ ਊਣਤਾਈਆਂ ਦਾ ਪਤਾ ਲਗਾਉਣ ਲਈ ਕੀਤਾ ਜਾਂਦਾ ਹੈ। ਪਰਾਸਰਵਣ ਤਰੰਗਾਂ ਦਾ ਉਪਯੋਗ ਧਾਤ ਦੇ ਬਲਾਕਾਂ ਵਿੱਚ ਦਰਾਰਾਂ ਅਤੇ ਹੋਰ ਨੁਕਸਾਂ ਦਾ ਪਤਾ ਲਗਾਉਣ ਲਈ ਕੀਤਾ ਜਾਂਦਾ ਹੈ। ਪਰਾਸਰਵਣ ਤਰੰਗਾਂ ਧਾਤ ਦੇ ਬਲਾਕ ਵਿੱਚੋਂ ਦੀ ਲੰਘਾਈਆਂ ਜਾਂਦੀਆਂ ਹਨ ਅਤੇ ਆਰ-ਪਾਰ ਹੋਣ ਵਾਲੀਆਂ ਤਰੰਗਾਂ ਦਾ ਪਤਾ ਲਗਾਉਣ ਲਈ ਸੂਚਕ ਯੰਤਰ ਦਾ ਉਪਯੋਗ ਕੀਤਾ ਜਾਂਦਾ ਹੈ। ਪਰਾਧੁਨੀ ਤਰੰਗਾਂ ਪਰਾਵਰਤਿਤ ਹੋ ਜਾਂਦੀਆਂ ਹਨ ਜੋ ਦੋਸ਼ ਜਾਂ ਨੁਕਸ ਹੋਣ ਦੀ ਪਰਿਸਥਿਤੀ ਦਰਸਾਉਂਦੀ ਹੈ। ਪਰਾਧੁਨੀ ਦਾ ਉਪਯੋਗ ਇਕੋਕਾਰਡੀਓਗ੍ਰਾਫੀ ਵਿੱਚ ਵੀ ਕੀਤਾ ਜਾਂਦਾ ਹੈ। ਪਰਾਸਰਵਣ ਧੁਨੀ ਤਰੰਗਾਂ ਨੂੰ ਦਿਲ ਦੇ ਵੱਖ-ਵੱਖ ਭਾਗਾਂ ਤੋਂ ਪਰਾਵਰਤਿਤ ਕਰਵਾ ਕੇ ਦਿਲ ਦਾ ਪ੍ਰਤੀਬਿੰਬ ਬਣਾਇਆ ਜਾਂਦਾ ਹੈ। ਪਰਾਸਰਵਣ ਧੁਨੀ ਦੀ ਵਰਤੋਂ ਗੁਰਦੇ ਦੀ ਪੱਥਰੀ ਨੂੰ ਬਰੀਕ ਕਣਾਂ ਵਿੱਚ ਤੋੜਨ ਲਈ ਵੀ ਕੀਤੀ ਜਾਂਦੀ ਹੈ। ਸੋਨਾਰ। ਸੋਨਾਰ ਸ਼ਬਦ ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ ਤੋਂ ਬਣਿਆ ਹੈ। ਸੋਨਾਰ ਇੱਕ ਐਸਾ ਯੰਤਰ ਹੈ ਜਿਸ ਵਿੱਚ ਪਾਣੀ ਅੰਦਰ ਪਈਆਂ ਵਸਤੂਆਂ ਦੀ ਦੂਰੀ, ਦਿਸ਼ਾ ਅਤੇ ਚਾਲ ਮਾਪਣ ਲਈ ਪਰਾਸਰਵਣ ਧੁਨੀ ਤਰੰਗਾਂ ਦਾ ਉਪਯੋਗ ਕੀਤਾ ਜਾਂਦਾ ਹੈ। ਸੋਨਾਰ ਕਿਵੇਂ ਕੰਮ ਕਰਦਾ ਹੈ? ਸੋਨਾਰ ਵਿੱਚ ਇੱਕ ਟਰਾਂਸਮੀਟਰ ਅਤੇ ਇੱਕ ਸੂਚਕ ਯੰਤਰ ਹੈ ਅਤੇ ਇਸ ਨੂੰ ਕਿਸੇ ਕਿਸ਼ਤੀ ਜਾਂ ਜਹਾਜ਼ ਵਿੱਚ ਲਗਾਇਆ ਜਾਂਦਾ ਹੈ। ਟਰਾਂਸਮੀਟਰ ਪਰਾਧੁਨੀ ਤਰੰਗਾਂ ਉਤਪੰਨ ਕਰਦਾ ਅਤੇ ਛੱਡਦਾ ਹੈ। ਇਹ ਤਰੰਗਾਂ ਪਾਣੀ ਵਿੱਚ ਚਲਦੀਆਂ ਹਨ ਅਤੇ ਸਮੁੰਦਰੀ ਤਲ ਵਿੱਚ ਪਈ ਵਸਤੂ ਦੇ ਨਾਲ ਟਕਰਾਉਣ ਤੋਂ ਬਾਅਦ ਪਰਾਵਰਤਿਤ ਹੋ ਕੇ ਸੂਚਕ ਯੰਤਰ ਦੁਆਰਾ ਗ੍ਰਹਿਣ ਕਰ ਲਈਆਂ ਜਾਂਦੀਆਂ ਹਨ। ਸੂਚਕ ਯੰਤਰ ਪਰਾਧੁਨੀ ਤਰੰਗਾਂ ਨੂੰ ਬਿਜਲਈ ਸੰਕੇਤਾਂ ਵਿੱਚ ਬਦਲ ਦਿੰਦਾ ਹੈ, ਜਿਸ ਦੀ ਉਚਿਤ ਜਾਂ ਸਹੀ ਰੂਪ ਵਿੱਚ ਵਿਆਖਿਆ ਕਰ ਲਈ ਜਾਂਦੀ ਹੈ। ਪਾਣੀ ਵਿੱਚ ਧੁਨੀ ਦੀ ਚਾਲ ਅਤੇ ਧੁਨੀ ਦੇ ਧੁਨੀ ਸਰੋਤ ਤੋਂ ਜਾਣ ਅਤੇ ਆਉਣ ਦਾ ਸਮਾਂ ਅੰਤਰਾਲ ਪਤਾ ਕਰਕੇ ਉਸ ਵਸਤੂ ਦੀ ਦੂਰੀ ਪਤਾ ਕੀਤੀ ਜਾ ਸਕਦੀ ਹੈ ਜਿਸ ਤੋਂ ਧੁਨੀ ਤਰੰਗ ਪਰਾਵਰਤਿਤ ਹੋਈ ਹੈ। ਮੰਨ ਲਓ ਪਰਾਸਰਵਣ ਧੁਨੀ ਸੰਕੇਤ ਦੇ ਭੇਜਣ ਅਤੇ ਵਾਪਸ ਪ੍ਰਾਪਤ ਕਰਨ ਦਾ ਸਮਾਂ ਅੰਤਰਾਲ T ਹੈ ਅਤੇ ਸਮੁੰਦਰੀ ਜਲ ਵਿੱਚ ਧੁਨੀ ਦੀ ਚਾਲ V ਹੈ। ਇਸ ਲਈ ਵਸਤੂ ਦੀ ਦੂਰੀ ਹੋਵੇਗੀ ਦੂਰੀ ਬਰਾਬਰ ਚਾਲ ਗੁਣਾ ਸਮਾਂ ਬਟਾ 2। ਸੁਨਾਰ ਦੀ ਤਕਨੀਕ ਦਾ ਉਪਯੋਗ ਸਮੁੰਦਰ ਦੀ ਡੂੰਘਾਈ ਪਤਾ ਕਰਨ ਅਤੇ ਸਮੁੰਦਰ ਅੰਦਰ ਸਥਿਤ ਚੱਟਾਨਾਂ, ਘਾਟੀਆਂ, ਪਣਡੁੱਬੀਆਂ, ਬਰਫ਼ ਦੇ ਤੋਦੇ, ਡੁੱਬੇ ਹੋਏ ਜਹਾਜ਼ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ। ਅਸੀਂ ਕਿਵੇਂ ਸੁਣਦੇ ਹਾਂ? ਅਸੀਂ ਇੱਕ ਅਤੀ ਸੰਵੇਦਨਸ਼ੀਲ ਯੁਕਤੀ, ਜਿਸ ਨੂੰ ਕੰਨ ਕਹਿੰਦੇ ਹਨ, ਦੀ ਸਹਾਇਤਾ ਨਾਲ ਸੁਣ ਪਾਉਂਦੇ ਹਾਂ। ਇਹ ਸਰਵਣੀ ਆਵਿਰਤੀਆਂ ਦੁਆਰਾ ਹਵਾ ਵਿੱਚ ਹੋਣ ਵਾਲੇ ਦਬਾਅ ਪਰਿਵਰਤਨ ਨੂੰ ਬਿਜਲਈ ਸੰਕੇਤਾਂ ਵਿੱਚ ਤਬਦੀਲ ਕਰ ਦਿੰਦਾ ਹੈ, ਜੋ ਸਰਵਣੀ ਤੰਤੂਆਂ ਤੋਂ ਹੁੰਦੇ ਹੋਏ ਦਿਮਾਗ ਤੱਕ ਪਹੁੰਚਦੇ ਹਨ। ਮਨੁੱਖੀ ਕੰਨ ਦੁਆਰਾ ਸੁਣਨ ਦੀ ਪ੍ਰਕਿਰਿਆ ਬਾਰੇ ਵਿਚਾਰ ਵਿੱਚ ਚਰਚਾ ਕਰੀਏ। ਕੰਨ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ: ਬਾਹਰੀ ਕੰਨ, ਵਿਚਕਾਰਲਾ ਕੰਨ ਅਤੇ ਅੰਦਰਲਾ ਕੰਨ। ਬਾਹਰੀ ਕੰਨ ਨੂੰ ਪਿੰਨਾ ਕਹਿੰਦੇ ਹਨ। ਇਹ ਆਲੇ ਦੁਆਲੇ ਤੋਂ ਧੁਨੀ ਨੂੰ ਇਕੱਠਾ ਕਰਦਾ ਹੈ। ਇਕੱਠੀ ਕੀਤੀ ਧੁਨੀ ਕੰਨ ਨਾਲੀ ਵਿੱਚੋਂ ਦੀ ਗੁਜ਼ਰਦੀ ਹੈ। ਕੰਨ ਨਾਲੀ ਦੇ ਸਿਰੇ ਉੱਪਰ ਇੱਕ ਪਤਲੀ ਝਿੱਲੀ ਹੁੰਦੀ ਹੈ, ਜਿਸ ਨੂੰ ਕੰਨ ਦਾ ਡੋਲ ਕਹਿੰਦੇ ਹਨ। ਜਦੋਂ ਮਾਧਿਅਮ ਦੇ ਨਪੀੜਨ ਕੰਨ ਤੱਕ ਪਹੁੰਚਦੇ ਹਨ
ਤਾਂ ਝਿੱਲੀ ਦੇ ਬਾਹਰ ਵੱਲ ਲੱਗਣ ਵਾਲਾ ਦਬਾਅ ਵੱਧ ਜਾਂਦਾ ਹੈ ਅਤੇ ਇਹ ਕੰਨ ਨੂੰ ਅੰਦਰ ਵੱਲ ਧੱਕਦਾ ਹੈ। ਇਸ ਤਰ੍ਹਾਂ ਨਖੇੜਨ ਦੇ ਪਹੁੰਚਣ ਤੇ ਕੰਨ ਬਾਹਰ ਵੱਲ ਗਤੀ ਕਰਦਾ ਹੈ। ਇਸ ਤਰ੍ਹਾਂ ਕੰਨ ਪਰਦਾ ਕੰਪਨ ਕਰਦਾ ਹੈ। ਕੰਨ ਦੇ ਮੱਧ ਭਾਗ ਵਿੱਚ ਲੱਗੀਆਂ 3 ਹੱਡੀਆਂ ਹਥੌੜੀ, ਐਨਵਿਲ, ਸਟ੍ਰਿਪ ਇਹਨਾਂ ਕੰਪਨਾਂ ਨੂੰ ਕਈ ਗੁਣਾ ਵੱਡਾ ਕਰ ਦਿੰਦੀਆਂ ਹਨ। ਮੱਧ ਕੰਨ ਧੁਨੀ ਤਰੰਗਾਂ ਦੁਆਰਾ ਮਿਲਣ ਵਾਲੇ ਇਹਨਾਂ ਦਬਾਅ ਪਰਿਵਰਤਨਾਂ ਨੂੰ ਅੰਦਰਲੇ ਕੰਨ ਤੱਕ ਪਹੁੰਚਾ ਦਿੰਦਾ ਹੈ। ਅੰਦਰਲੇ ਕੰਨ ਵਿੱਚ ਕੰਨ ਵਤਰਾਂ ਦੁਆਰਾ ਇਹਨਾਂ ਦਬਾਅ ਪਰਿਵਰਤਨਾਂ ਨੂੰ ਬਿਜਲੀ ਸੰਕੇਤਾਂ ਵਿੱਚ ਬਦਲ ਦਿੱਤਾ ਜਾਂਦਾ ਹੈ। ਇਹਨਾਂ ਬਿਜਲੀ ਸੰਕੇਤਾਂ ਨੂੰ ਸੁਣਨ ਤੰਤੂਆਂ ਦੁਆਰਾ ਦਿਮਾਗ ਤੱਕ ਭੇਜ ਦਿੱਤਾ ਜਾਂਦਾ ਹੈ ਅਤੇ ਦਿਮਾਗ ਇਹਨਾਂ ਦੀ ਧੁਨੀ ਰੂਪ ਵਿੱਚ ਵਿਆਖਿਆ ਕਰਦਾ ਹੈ।